फंक्शंस ਦੇ ਬਾਰੇ ਡਿਸਕਸ਼ਨ ਕਰਾਂਗੇ। ਫੰਕਸ਼ਨ ਵੈਸੇ ਜੇਕਰ ਆਪਾਂ ਜਨਰਲ ਇਹਦੀ ਡੈਫੀਨੇਸ਼ਨ ਲਈਏ, ਲੈਂਗੁਏਜ ਨੂੰ ਛੱਡ ਕੇ ਕੋਈ ਵੀ ਲੈਂਗੁਏਜ ਹੋਵੇ, ਜਨਰਲ ਡੈਫੀਨੇਸ਼ਨ ਫੰਕਸ਼ਨ ਦੀ ਇਹੀ ਹੁੰਦੀ ਹੈ ਕਿ ਉਸ ਦੇ ਵਿੱਚ ਅਸੀਂ ਗਰੁੱਪ ਆਫ ਸਟੇਟਮੈਂਟਸ ਨੂੰ ਲਿਖਦੇ ਹਾਂ ਤੇ ਇੱਕ ਨਾਮ ਰੱਖਦੇ ਹਾਂ। ਉਸ ਨਾਮ ਦੇ ਨਾਲ ਅਸੀਂ ਜਿੰਨੀ ਵਾਰ ਵੀ ਉਹਨਾਂ ਸਟੇਟਮੈਂਟਸ ਨੂੰ ਐਗਜ਼ੀਕਿਊਟ ਕਰਨਾ ਚਾਹੁੰਦੇ ਹਾਂ ਕਾਲ ਕਰ ਲੈਂਦੇ ਹਾਂ। ਸੋ ਫੰਕਸ਼ਨ ਇਜ਼ ਏ group of statements under a single name। ਫਾਇਦਾ ਕੀ ਹੁੰਦਾ ਕਿ ਕਈ ਵਾਰ ਨਾ ਕੁਝ ਕੰਮ ਐਸੇ ਹੁੰਦੇ ਨੇ ਜਿਹੜੇ ਬਾਰ-ਬਾਰ ਕਰਨੇ ਪੈ ਰਹੇ ਨੇ ਪ੍ਰੋਗਰਾਮ ਦੇ ਵਿੱਚ। ਮੰਨ ਲਓ ਤੁਸੀਂ ਸਟੂਡੈਂਟ ਦੇ ਮਾਰਕਸ ਇਨਪੁਟ ਕਰਕੇ ਅਸੀਂ ਉਹਦੀ ਪਰਸੈਂਟੇਜ ਵਗੈਰਾ ਕੱਢਣੀ ਹੈ, ਉਹਦਾ ਗ੍ਰੇਡ ਕੱਢਣਾ, ਤੇ ਇਹ ਕੰਮ ਸਾਨੂੰ ਕਈ ਜਗ੍ਹਾ ਕਰਨਾ ਪੈ ਰਿਹਾ ਹੈ। ਤਾਂ ਅਸੀਂ ਕੀ ਕਰਾਂਗੇ, ਇਸ ਕੰਮ ਦੇ ਲਈ ਅਸੀਂ ਇੱਕ ਫੰਕਸ਼ਨ ਬਣਾ ਲਾਂਗੇ, ਉਸਦਾ ਇੱਕ ਨਾਮ ਰੱਖ ਲਾਂਗੇ, ਜਿੱਥੇ ਜਿੱਥੇ ਲੋੜ ਪਏਗੀ ਉਸ ਫੰਕਸ਼ਨ ਨੂੰ ਕਾਲ ਕਰ ਲਾਂਗੇ, ਬਜਾਏ ਇਸ ਦੇ ਕਿ ਉਹ ਲਾਈਨਾਂ ਬਾਰ-ਬਾਰ ਲਿਖੀਆਂ ਜਾਣ ਹਰ ਜਗ੍ਹਾ ਤੇ ਜਿੱਥੇ ਲੋੜ ਪੈਂਦੀ ਹੈ। ਤੋ ਇਹਦੇ ਨਾਲ ਟੋਟਲ ਨੰਬਰ ਆਫ ਸਟੇਟਮੈਂਟਸ ਕੋਡ ਦੇ ਵਿੱਚ ਘਟ ਜਾਣਗੀਆਂ ਤੇ ਦੂਸਰਾ ਮੇਨਟੇਨ ਕਰਨਾ ਸੌਖਾ ਹੈ। ਅਗਰ ਤੁਸੀਂ ਚੇਂਜਸ ਕਰਨੀਆਂ ਨੇ ਇਹਨਾਂ ਕੈਲਕੂਲੇਸ਼ਨਸ ਦੇ ਵਿੱਚ ਤਾਂ ਤੁਸੀਂ ਸਿਰਫ ਫੰਕਸ਼ਨ 'ਚ ਚੇਂਜ ਕਰੋਗੇ, ਜਿੱਥੇ ਜਿੱਥੇ ਕਾਲ ਕਰਿਆ ਆਪਣੇ ਆਪ ਹੀ ਉੱਥੇ ਅਪਡੇਟਡ ਫੰਕਸ਼ਨ ਕਾਲ ਹੋ ਜਾਏਗਾ। ਅਦਰਵਾਈਜ਼ ਜੇ ਅਸੀਂ ਮੰਨ ਲਓ 5-6 ਵਾਰ ਉਹੀ ਲਾਈਨਾਂ ਰਿਪੀਟ ਕਰੀਆਂ ਹੋਣ ਤੇ ਚੇਂਜਸ ਕਰਨੀਆਂ ਹੋਣ ਤਾਂ 5-6 ਜਗ੍ਹਾ ਤੇ ਜਾ ਕੇ ਚੇਂਜਸ ਕਰਨੀਆਂ ਪੈਣਗੀਆਂ। ਸੋ ਬਹੁਤ ਸਾਰੇ ਫਾਇਦੇ ਨੇ ਜਦੋਂ ਅਸੀਂ ਫੰਕਸ਼ਨ ਬਣਾ ਲੈਂਦੇ ਹਾਂ। ਇੱਕ ਅਲੱਗ ਐਂਟੀਟੀ ਬਣ ਜਾਂਦੀ ਹੈ ਜਿਸ ਨੂੰ ਅਸੀਂ ਜਿੱਥੇ ਲੋੜ ਪਵੇ ਕਾਲ ਕਰ ਸਕਦੇ ਹੁੰਦੇ ਹਾਂ। ਫੰਕਸ਼ਨ ਦੀ ਇੰਟਰੋਡਕਸ਼ਨ। Python function is a block of statements that performs the specific task। मैं ਤੁਹਾਨੂੰ ਦੱਸਿਆ ਜਿਵੇਂ ਆਪਾਂ ਗ੍ਰੇਡ ਕੱਢਣਾ ਜਾਂ ਆਪਾਂ ਪਰਸੈਂਟੇਜ ਕੱਢਣੀ ਆ, ਅਸੀਂ ਉਹਦੇ ਲਈ ਫੰਕਸ਼ਨ ਬਣਾ ਲਿਆ। ਉਹ ਸਪੈਸੀਫਿਕ ਟਾਸਕ ਹੋ ਗਿਆ ਜਿਹੜਾ ਉਸ ਫੰਕਸ਼ਨ ਨੇ ਪਰਫਾਰਮ ਕਰਨਾ। ਕੁਝ ਵੀ ਕਰ ਸਕਦੇ ਹਾਂ ਅਸੀਂ, ਫੈਕਟੋਰੀਅਲ ਕੈਲਕੂਲੇਟ ਕਰਨਾ ਉਹਦੇ ਲਈ ਫੰਕਸ਼ਨ ਬਣਾ ਸਕਦੇ ਹਾਂ, ਏਰੀਆ ਕੈਲਕੂਲੇਟ ਕਰਨਾ ਹੈ ਟ੍ਰਾਇੰਗਲ ਦਾ ਉਹਦੇ ਲਈ ਫੰਕਸ਼ਨ ਬਣਾ ਸਕਦੇ ਹਾਂ। ਉਹਦਾ ਨਾਮ ਵੀ ਪ੍ਰੋਪਰ ਅਸੀਂ ਉਸਦੇ ਬਿਹੇਵੀਅਰ, ਉਸਦੀ ਜੋ ਕੰਮ ਤੋਂ ਲਿਆ ਜਾ ਰਿਹਾ ਉਹਦੇ ਮੁਤਾਬਕ ਹੀ ਅਸੀਂ ਉਹਦਾ ਨਾਮ ਰੱਖਦੇ ਹਾਂ, ਤਾਂ ਜੋ ਸਾਨੂੰ ਯਾਦ ਵੀ ਰਹੇ ਤੇ ਕਾਲ ਕਰਨ ਵੇਲੇ ਪਤਾ ਲੱਗੇ ਕਿ ਅਸੀਂ ਕੀ ਕਾਲ ਕਰ ਰਹੇ ਹਾਂ। ਸੋ ਦਾ ਆਈਡੀਆ ਇਜ਼ ਟੂ ਪੁੱਟ ਸਮ ਕਾਮਨਲੀ ਯੂਜ਼ਡ ਕੋਡ ਟੁਗੇਦਰ। ਜਿਹੜਾ ਕੋਡ ਕਾਮਨਲੀ ਯੂਜ਼ ਹੋ ਰਿਹਾ ਹੈ, ਬਾਰ-ਬਾਰ ਯੂਜ਼ ਹੋ ਰਿਹਾ ਹੈ, ਐਂਡ ਮੇਕ ਏ ਫੰਕਸ਼ਨ so that instead of writing the same code again and again, we can call the function to reuse the code contained in it again and again। ਫੰਕਸ਼ਨ 'ਚੋਂ ਕੋਡ ਹੋਏਗਾ ਜਿਹੜਾ ਸਾਨੂੰ ਜਿੱਥੇ ਜਿੱਥੇ ਵੀ ਬਾਰ-ਬਾਰ ਕਾਮਨਲੀ ਲੋੜ ਪੈ ਰਹੀ ਹੈ ਅਸੀਂ ਉੱਥੇ ਉੱਥੇ ਉਸ ਨੂੰ ਕਾਲ ਕਰਕੇ ਉਸ ਕੋਡ ਨੂੰ ਰੀਯੂਜ਼ ਕਰਦੇ ਰਹਾਂਗੇ ਬਾਰ-ਬਾਰ। ਇਹ ਫੰਕਸ਼ਨ ਦਾ ਫਾਇਦਾ ਹੈ, ਫੰਕਸ਼ਨ ਦੀ ਡੈਫੀਨੇਸ਼ਨ ਹੈ, ਫੰਕਸ਼ਨ ਦੀ ਇੰਟਰੋਡਕਸ਼ਨ ਹੈ ਕਿ ਫੰਕਸ਼ਨ ਕੀ ਹੈ, ਕਿਉਂ ਬਣਾਇਆ ਜਾਂਦਾ। ਪਾਈਥਨ ਦੇ ਵਿੱਚ ਦੋ ਤਰ੍ਹਾਂ ਦੇ ਫੰਕਸ਼ਨ ਹੋਣਗੇ। ਇੱਕ ਤਾਂ ਬਣੇ ਬਣਾਏ ਨੇ, ਬਿਲਟ ਇਨ ਕਹਿੰਦੇ ਆ, ਬਿਲਟ ਇਨ ਲਾਇਬ੍ਰੇਰੀ ਫੰਕਸ਼ਨਸ। ਬਣਾਉਂਦੇ ਨਹੀਂ ਅਸੀਂ ਸਿਰਫ ਕਾਲ ਕਰ ਲੈਂਦੇ ਹਾਂ। ਜਿਵੇਂ ਪ੍ਰਿੰਟ ਫੰਕਸ਼ਨ ਆ, ਅਸੀਂ ਹਰੇਕ ਪ੍ਰੋਗਰਾਮ 'ਚ ਹੀ ਕਾਲ ਕਰਦੇ ਹਾਂ ਕਿਉਂਕਿ ਆਊਟਪੁੱਟ ਤਾਂ ਦੇਣੀ ਹੁੰਦੀ ਹੈ। ਉਹ ਫੰਕਸ਼ਨ ਹੈ, ਬਣਿਆ ਬਣਾਇਆ, ਅਸੀਂ ਸਿਰਫ ਕਾਲ ਕਰਦੇ ਹਾਂ। ਥੀਜ਼ ਆਰ ਸਟੈਂਡਰਡ ਫੰਕਸ਼ਨਸ ਇਨ ਪਾਈਥਨ that are available to use। ਅਸੀਂ ਸਿਰਫ ਕਾਲ ਕਰਦੇ। ਪਰ ਅੱਜ ਦਾ ਜਿਹੜਾ ਟੌਪਿਕ ਹੈ ਸਾਡਾ ਉਹ ਹੈ ਦੂਸਰੇ ਵਾਲਾ, ਯੂਜ਼ਰ ਡਿਫਾਈਨਡ ਫੰਕਸ਼ਨ, ਜੋ ਅਸੀਂ ਬਣਾਉਣੇ ਨੇ। we can create our own functions based on our requirements। ਆਪਾਂ ਖੁਦ ਬਣਾਉਣੇ ਨੇ ਫੰਕਸ਼ਨ। ਕਿਵੇਂ ਬਣਦੇ ਨੇ, ਕੀ ਸਿੰਟੈਕਸ ਹੈ, ਕਿਸ ਤਰ੍ਹਾਂ ਦੀ ਅਲੱਗ-ਅਲੱਗ ਉਹਦੇ ਤਰੀਕੇ ਹੋ ਸਕਦੇ ਨੇ ਬਣਾਉਣ ਦੇ, ਉਹ ਆਪਾਂ ਇਸ ਟੌਪਿਕ ਦੇ ਵਿੱਚ ਡਿਸਕਸ ਕਰਨੇ। ਯੂਜ਼ਰ ਡਿਫਾਈਨਡ ਫੰਕਸ਼ਨਸ ਡੈਫ ਕੀਵਰਡ ਦੇ ਨਾਲ ਬਣਾਏ ਜਾਣਗੇ। ਡੈਫ ਫॉर ਡਿਫਾਈਨ ਏ ਫੰਕਸ਼ਨ। ਤਾਂ ਮੈਂ ਸਿੰਟੈਕਸ ਲਿਖਿਆ। ਡੈਫ ਇੱਕ ਕੀਵਰਡ ਹੈ ਜਿਸ ਤੋਂ ਅਸੀਂ ਫੰਕਸ਼ਨ ਦੀ ਡੈਫੀਨੇਸ਼ਨ ਸ਼ੁਰੂ ਕਰਾਂਗੇ। ਉਸ ਤੋਂ ਬਾਅਦ ਫੰਕਸ਼ਨ ਦਾ ਨਾਮ ਜਿਹੜਾ ਤੁਹਾਨੂੰ ਠੀਕ ਲੱਗੇ ਉਹ ਤੁਸੀਂ ਰੱਖ ਸਕਦੇ ਹੋ, ਪਰ ਜਿਹੜੇ ਬਿਲਟ ਇਨ ਫੰਕਸ਼ਨਸ ਨੇ ਜਾਂ ਕੀਵਰਡਸ ਨੇ ਜਾਂ ਰਿਜ਼ਰਵਡ ਵਰਡਸ ਨੇ ਉਹਨਾਂ ਦੇ ਨਾਲ ਮੈਚ ਨਹੀਂ ਹੋਣਾ ਚਾਹੀਦਾ ਤੁਹਾਡਾ ਨਾਮ
डिफरेंट होना चाहिए। उस तो बाद जे तुसी पैरामीटर्स वगैरह पास कर रहे हो पैरेंथीसिस ਦੇ ਵਿੱਚ ਉਹ ਦੇ ਦੇਣੇ ਨੇ ਕੌਮਾ ਸੈਪਰੇਟਡ ਜੇ ਇੱਕ ਤੋਂ ਜ਼ਿਆਦਾ ਹੋਣ ਤਾਂ ਜੋ ਵੈਲਿਊਜ਼ ਅਸੀਂ ਫੰਕਸ਼ਨ ਨੂੰ ਪਾਸ ਕਰਾਂਗੇ ਦੇ ਆਰ ਕਾਲਡ ਪੈਰਾਮੀਟਰਸ। ਇਸ ਤੋਂ ਬਾਅਦ ਕੋਲਨ ਲੱਗਦਾ ਹੈ ਜਿਵੇਂ ਆਪਾਂ ਲੂਪ ਦੇ ਪਿੱਛੇ ਲਾਉਂਦੇ ਸੀ ਕਿ ਇੱਥੋਂ ਇਹ ਫੰਕਸ਼ਨ ਦੀ ਬੋਡੀ ਇਸ ਤੋਂ ਅੱਗੇ ਸ਼ੁਰੂ ਹੋ ਰਹੀ ਹੈ। ਉਸ ਦੇ ਵਿੱਚ ਅਸੀਂ ਸਟੇਟਮੈਂਟਸ ਲਿਖਾਂਗੇ 1 2 10 15 20 ਜਿੰਨੀਆਂ ਸਾਨੂੰ ਲੋੜ ਹੈ ਡਿਪੈਂਡਿੰਗ ਅਪਨ ਸਾਡੀ ਰਿਕੁਆਇਰਮੈਂਟ ਸਾਡਾ ਲੌਜਿਕ ਕੀ ਹੈ ਅਸੀਂ ਬਣਾ ਕੀ ਰਹੇ ਹਾਂ ਉਹ ਇੱਥੇ ਆ ਜਾਣਗੀਆਂ। ਤੇ ਲਾਸਟ ਸਟੇਟਮੈਂਟ ਹੋਏਗੀ ਰਿਟਰਨ ਦੀ। ਜੇ ਫੰਕਸ਼ਨ ਕੁਝ ਰਿਟਰਨ ਕਰ ਰਿਹਾ ਹੈ ਤਾਂ ਰਿਟਰਨ ਸਟੇਟਮੈਂਟ ਦੇ ਨਾਲ ਉਸ ਨੂੰ ਉਸ ਦਾ ਫੰਕਸ਼ਨ ਦਾ ਬਿਲਕੁਲ ਬੋਡੀ ਦਾ ਜਿਹੜਾ ਐਂਡ ਹੋ ਜਾਏਗਾ। नीचे एक छोटा जिहा फंक्शन बनाया जिसके रिटर्न कोई नहीं है मतलब फंक्शन कुछ रिटर्न नहीं कर रहा। जिवें फंक्शन का नाम मैं फन रखे डेफ फन कॉलन अगली लाइन दे विच देखो पिछे हटा के इंडेंटेशन बहुत इंपॉर्टेंट है पिछे हटा के मैं इसकी बॉडी शुरू की है प्रिंट वेलकम बस ये सिर्फ वेलकम प्रिंट करेगा और कुछ नहीं। इत्थे सिर्फ एक एग्जाम्पल देना चाहते कि फंक्शन किवें बनदे छोटे जिहा फंक्शन है। हुण असीं थोड़े जे ਵੱਡੇ ਫੰਕਸ਼ਨ ਬਣਾ ਕੇ ਦੇਖਦੇ ਹਾਂ ਜਿਵੇਂ ਆ ਹੈ ਫੰਕਸ਼ਨ ਵਿਦ ਪੋਜੀਸ਼ਨਲ ਪੈਰਾਮੀਟਰਸ। ਜਿਵੇਂ ਆ ਪਿੱਛੇ ਜੋ ਐਗਜ਼ਾਮਪਲ ਦਿੱਤੀ ਨਾ ਤਾਂ ਇਹਦੇ 'ਚ ਕੋਈ ਪੈਰਾਮੀਟਰ ਹੈ ਨਾ ਇਹਦੀ ਕੋਈ ਰਿਟਰਨ ਹੈ। ਦੇਖੋ ਇੱਥੇ ਪੈਰਾਮੀਟਰ ਕੋਈ ਨਹੀਂ ਹੈ ਪੈਰੈਂਥੀਸਿਸ ਫਿਰ ਵੀ ਲਿਖੀਆਂ ਨੇ ਪਰ ਇੱਥੇ ਪੈਰਾਮੀਟਰ ਕੋਈ ਨਹੀਂ ਹੈ ਖਾਲੀ ਨੇ। ਉਸੇ ਤਰ੍ਹਾਂ ਪਿੱਛੇ ਰਿਟਰਨ ਕੋਈ ਨਹੀਂ ਹੈ ਮਤਲਬ ਇਹ ਰਿਟਰਨ ਵੀ ਕੁਝ ਨਹੀਂ ਕਰਦਾ ਇਹ ਲੈਂਦਾ ਵੀ ਕੁਝ ਨਹੀਂ। ਪਰ ਹੁਣ ਅਸੀਂ ਫੰਕਸ਼ਨ ਬਣਾਵਾਂਗੇ ਜੋ ਸਾਡੇ ਤੋਂ ਵੈਲਿਊਜ਼ ਲਏਗਾ ਵੀ ਤੇ ਵੈਲਿਊ ਰਿਟਰਨ ਵੀ ਕਰੇਗਾ। ਸੋ ਜਦੋਂ ਅਸੀਂ ਵੈਲਿਊਜ਼ ਪਾਸ ਕਰਦੇ ਹਾਂ ਨੋਰਮਲ ਵੇਜ ਦੇ ਵਿੱਚ ਉਹ ਪੋਜੀਸ਼ਨਲ ਪੈਰਾਮੀਟਰ ਮੰਨੇ ਜਾਂਦੇ ਨੇ। ਪੋਜੀਸ਼ਨਲ ਪੈਰਾਮੀਟਰਸ ਪੋਜੀਸ਼ਨ ਦੇ ਅਕੋਰਡਿੰਗਲੀ ਫਸਟ ਪੋਜੀਸ਼ਨਲ ਕਿਉਂ ਵੀ ਜਿਵੇਂ ਆ ਫਸਟ ਵੈਲਿਊ ਜਿਹੜੀ ਅਸੀਂ ਇੱਥੇ ਕਾਲ ਕਰਨ ਵੇਲੇ ਦਿੱਤੀ 10 ਉਹ ਫਸਟ ਪੋਜੀਸ਼ਨ ਵਾਲੇ ਪੈਰਾਮੀਟਰ 'ਚ ਜਾਏਗੀ। ਜਿਹੜੀ ਅਸੀਂ ਸੈਕੰਡ ਵੈਲਿਊ ਦਿੱਤੀ ਉਹ ਸੈਕੰਡ ਪੋਜੀਸ਼ਨ ਵਾਲੇ ਪੈਰਾਮੀਟਰ 'ਚ ਜਾਏਗੀ। ਇਸ ਕਰਕੇ ਇਹਨਾਂ ਨੂੰ ਕਹਿੰਦੇ ਆ ਪੋਜੀਸ਼ਨਲ ਪੈਰਾਮੀਟਰਸ। फस्ट पोजीशन फस्ट च सैकंड पोजीशन सैकंड च थर्ड पोजीशन थर्ड च इस तरह। द पैरामीटर्स आर द वैल्यूज पास टू द फंक्शन ड्यूरिंग ए फंक्शन कॉल। इत्थे तक दा फंक्शन ही है आ फंक्शन है डेफ तो शुरू करया नाम रखिया ऐड नाम दो पैरामीटर दिते ने ए कॉमा बी बॉडी शुरू करती बॉडी ਦੇ ਵਿੱਚ ਦੋ ਸਟੇਟਮੈਂਟਸ ਨੇ ਪਿੱਛੇ ਹਟਾ ਕੇ ਲਿਖੀਆਂ ਹੋਈਆਂ ਨੇ ਇੰਡੈਂਟੇਸ਼ਨ ਲਾ ਕੇ ਐਸ ਦੇ ਵਿੱਚ ਦੋਨਾਂ ਨੂੰ ਐਡ ਕਰ ਲਿਆ a ਪਲੱਸ b ਦੋਨੋਂ ਪੈਰਾਮੀਟਰਸ ਨੂੰ ਤੇ ਜੋ ਐਸ ਦੇ ਵਿੱਚ ਆਇਆ ਉਸ ਨੂੰ ਰਿਟਰਨ ਕਰ ਦਿੱਤਾ ਤਾਂ ਜੋ ਜਿੱਥੋਂ ਕਾਲ ਹੋਈ ਹੈ ਉੱਥੇ ਵੈਲਿਊ ਰਿਜ਼ਲਟ ਦੇ ਤੌਰ ਤੇ ਵਾਪਸ ਚਲੀ ਜਾਵੇ। ਅਗਲੀ ਲਾਈਨ ਕਾਲ ਕਰ ਰਹੀ ਹੈ res ਮਤਲਬ ਰਿਜ਼ਲਟ ਦੇ ਲਈ ਅਸੀਂ ਇੱਕ ਵੇਰੀਏਬਲ ਲਿਆ ਜਿਹੜਾ ਵੀ ਉੱਪਰੋਂ ਫੰਕਸ਼ਨ ਵਾਪਸ ਭੇਜੇਗਾ ਵੈਲਿਊ ਰਿਟਰਨ ਕਰੇਗਾ ਉਹ res ਦੇ ਵਿੱਚ ਆ ਕੇ ਸਟੋਰ ਹੋ ਜਾਏਗੀ। ਮਤਲਬ ਆ ਜਿਹੜੀ ਵੈਲਿਊ s ਹੈ ਇਹ ਰਿਟਰਨ ਹੋ ਕੇ ਇਸ ਦੇ ਵਿੱਚ ਜਾ ਕੇ ਸਟੋਰ ਹੋ ਜਾਣੀ ਹੈ। ਜਿਵੇਂ ਆ ਦੋ ਵੈਲਿਊਜ਼ ਉੱਪਰ ਗਈਆਂ ਨੇ 10 ਐਂਡ 12 ਇਹ ਅਤੇ b ਚ ਗਈਆਂ ਉਸੇ ਤਰ੍ਹਾਂ ਜੋ ਫੰਕਸ਼ਨ ਨੇ ਰਿਟਰਨ ਕੀਤੀ ਉਹ ਇੱਥੇ ਆ ਕੇ ਸਟੋਰ ਹੋ ਜਾਏਗੀ ਫੰਕਸ਼ਨ ਕਾਲ ਦੇ ਲੈਫਟ ਸਾਈਡ ਤੇ ਜਿਹੜਾ ਇਕੁਅਲ ਟੂ ਪਾ ਕੇ ਵੇਰੀਏਬਲ ਦਿੱਤਾ ਹੁੰਦਾ ਹੈ ਉਹਦੇ ਵਿੱਚ। ਸੋ ਐਡ ਨਾਮ ਫੰਕਸ਼ਨ ਨੂੰ ਕਾਲ ਕੀਤਾ ਦੋ ਵੈਲਿਊਜ਼ ਦਿੱਤੀਆਂ ਦੋਨੋਂ ਪੋਜੀਸ਼ਨਲ ਪੈਰਾਮੀਟਰ ਨੇ ਪਹਿਲੇ ਚ ਪਹਿਲਾ ਦੂਸਰੇ ਚ ਦੂਸਰਾ ਪਾਸ ਹੋ ਜਾਏਗਾ रिजल्ट res च आ जाएगा res ਨੂੰ ਅਸੀਂ ਅਗਲੀ ਲਾਈਨ ਚ ਪ੍ਰਿੰਟ ਕਰ ਦਿੱਤਾ ਦ ਸਮ ਇਜ਼ ਜਿੰਨਾ ਵੀ ਰਿਜ਼ਲਟ ਆਏਗਾ ਉਹ ਪ੍ਰਿੰਟ ਹੋ ਜਾਏਗਾ। ਸੋ ਇੱਥੇ ਪੋਜੀਸ਼ਨਲ ਪੈਰਾਮੀਟਰ ਦਿੱਤੇ ਗਏ ਨੇ ਤੇ ਵੈਲਿਊ ਰਿਟਰਨ ਵੀ ਕੀਤੀ ਗਈ ਹੈ। ਦ ਫੰਕਸ਼ਨ ਕੈਨ ਆਲਸੋ ਰਿਟਰਨ ਅ ਵੈਲਿਊ ਟੂ ਦ ਫੰਕਸ਼ਨ ਕਾਲ ਇਫ ਰਿਕੁਆਇਰਡ। ਦ ਪੈਰਾਮੀਟਰ ਵੈਲਿਊਜ਼ ਪਾਸ ਟੂ ਦ ਫੰਕਸ਼ਨ ਇਨ ਫੰਕਸ਼ਨ ਕਾਲ ਮਸਟ ਬੀ ਇਨ ਦ ਸੇਮ ਆਰਡਰ in which the parameter names are declared so called positional parameters जो मैं पहला दस्या भी जिस ऑर्डर ਦੇ ਵਿੱਚ ਅਸੀਂ ਇੱਥੇ ਪੈਰਾਮੀਟਰ ਦਿੱਤੇ ਨੇ a ਫਸਟ ਹੈ b ਸੈਕੰਡ ਹੈ ਤਾਂ ਜਿਹੜੀਆਂ ਵੈਲਿਊਜ਼ ਤੁਸੀਂ ਦੇ ਰਹੇ ਹੋ ਫਸਟ ਵੈਲਿਊ a ਲਈ ਹੋਏਗੀ ਸੈਕੰਡ ਵੈਲਿਊ b ਲਈ ਹੋਏਗੀ। ਤੁਸੀਂ ਇਸ ਆਰਡਰ ਨੂੰ ਉਲਟਾ ਪੁਲਟਾ ਨਹੀਂ ਕਰ ਸਕਦੇ b ਲਈ ਫਸਟ ਵੈਲਿਊ ਜਾਂ a ਲਈ ਸੈਕੰਡ ਕਰਤੀ ਇਦਾਂ ਨਹੀਂ ਕਰ ਸਕਦੇ। ਉਹ ਕਰਨ ਦੇ ਲਈ ਅਗਲੀਆਂ ਸਲਾਈਡ ਦੇ ਉੱਤੇ ਕੁਝ ਆਪਾਂ ਡਿਸਕਸ ਕਰਾਂਗੇ। ਫਿਲਹਾਲ ਇਹ ਫਸਟ ਕਮ ਫਸਟ ਹੀ ਹੈ ਜੋ ਫਸਟ पैरामीटर वैल्यू दी है फस्ट पैरामीटर जाएगी जो सैकंड पैरामीटर वैल्यू दी है सैकंड पैरामीटर जाएगी एंड सो ऑन ऑर्डर दे विच। इसे करके इन्हां नूं पोजीशनल पैरामीटर्स असीं कहने। आ फंक्शन कॉल आ वाली है इत्थे सिर्फ असीं रिजल्ट दे रहे हैं। सेम इत्थे भी थोड़ी ये मिस्टेक हुई है इत्थे फंक्शन कॉल है ये वाली फंक्शन कॉल है इत्थे असीं रिजल्ट दे रहे हैं।
कीवर्ड पैरामीटर्स, जिवें मैं पिछे डिस्कस किया पोजीशनल पैरामीटर च ऑर्डर मेनटेन करके रखना पैंदा, इत्थे ऑर्डर की जरूरत नहीं, तुसीं ऑर्डर उल्टा पुल्टा कर सकते हो। These are used in function call to allow the caller to specify the parameter name with the value so that the caller does not need to remember the order of parameters. Means इत्थे असीं वैल्यू पास करन वेले नाल मूहरे दस दिता कि वैल्यू ए लई है, आ जिहड़ी वैल्यू 12 है वो वैल्यू बी लई है, असीं इत्थे 10 दिता, कीवर्ड दे दिते असीं ए अते बी, इस करके इन्हां नूं कहिंदे आ कीवर्ड पैरामीटर्स। ਇਹਦਾ मतलब है कि 10 वैल्यू ए च जाएगी ਅਤੇ 12 वैल्यू बी च जाएगी। ਤੁਸੀਂ ਇਹਨੂੰ ਉਲਟਾ ਪੁਲਟਾ ਵੀ ਕਰ ਸਕਦੇ ਸੀ, मतलब b इज इक्वल टू 12 ਮੂਰੇ ਵੀ ਲਿਖ ਸਕਦੇ ਹੋ, b इज इक्वल टू 12 कॉमा पा के a इज इक्वल टू 10 ऐदा भी कर सकते हो। मतलब ऑर्डर मेनटेन करने की जरूरत नहीं, ये आटोमैटिकली b चाहे पहला दिती है, ये वैल्यू जिहड़ी है सैकेंड पैरामीटर च ही जाएगी। ये बेशक असीं बाद च दिती है लेकिन ये फस्ट पैरामीटर च ही जाएगी, क्योंकि तुसीं कीवर्ड दे दिता कि किस कीवर्ड च किहड़ी वैल्यू जानी, इसे करके इहनूं असीं कीवर्ड पैरामीटर्स इस तरह दिंदे आ तां कहा जाता कि कीवर्ड पैरामीटर्स। फंक्शन वही है, बाकी सारा वही है, कोई चेंज नहीं मैं की। 2 नंबर ऐड होंदे ने, रिटर्न होंदे ने, रिजल्ट इत्थे आ जाता है, वो रिजल्ट इत्थे प्रिंट हो जाता है। मैं सिर्फ इत्थे आ चेंज किए ने भी ए इज इक्वल टू 10 कर दिता, बी इज इक्वल टू 12 कर दिता, जो पिछे नहीं सी, पिछे सिर्फ 10 एंड 12 लिखा है, वो आटोमैटिकली पोजीशन के अकॉर्डिंगली फस्ट च सैकेंड च जाता है। इत्थे असीं नाम पैरामीटर वैल्यू के नाल कीवर्ड दे दिता, किस कीवर्ड के लिए वैल्यू जाइए। ए इज इक्वल टू 10 मतलब ए दे लिए है 10, बी दे लिए है 12, तो असीं चाहे बी अगे ए अगे पिछे कर दिए तां भी वो वैल्यूज ए अते बी च प्रॉपर जाणगियां। They are called keyword parameters. Similarly ਸਾਡੇ ਕੋਲੇ थर्ड टाइप ਦੇ पैरामीटर ने ऑप्शनल पैरामीटर, जिन्हां ਨੂੰ ਅਸੀਂ डिफॉल्ट आर्गूमेंट्स भी कहने ਆ। ਇਹਦੇ ਵਿੱਚ ਕੀ ਹੁੰਦਾ ਕਿ ਅਸੀਂ ਪੈਰਾਮੀਟਰ ਨੂੰ ਇੱਕ ਵੈਲਿਊ ਦੇ ਦਿੰਨੇ ਆ, ਜੇ ਕਾਲ ਕਰਨ ਵੇਲੇ ਉਹ ਵੈਲਿਊ ਨਾ ਦਿੱਤੀ ਜਾਵੇ ਤਾਂ ਪੈਰਾਮੀਟਰ ਆਪਣੀ ਵੈਲਿਊ ਵਰਤ ਲੈਂਦਾ ਹੈ। ਪਹਿਲਾਂ ਮੈਂ ਐਗਜ਼ਾਮਪਲ ਤੇ ਜਾਣਾ, ਡੈਫ ਫੰਕਸ਼ਨ ਦਾ ਨਾਮ a ਅਤੇ b ਪਹਿਲਾਂ ਦਿੰਦੇ ਸੀ, ਇੱਕ ਮੈਂ ਹੋਰ ਦੇਤਾ c ਨੂੰ ਨਾਲ ਵੈਲਿਊ ਵੀ ਦੇਤੀ 0, c इज इक्वल टू 0। इसका मतलब है कि ये जिहड़ा है ये ऑप्शनल पैरामीटर है, ये ऑप्शनल पैरामीटर है, ठीक है। ऑप्शनल का की मतलब होया भी जे c की वैल्यू कॉल करन वेले ना दिती गई तो c अपनी वैल्यू 0 वरत लेगा। a ਅਤੇ b ਨੂੰ वैल्यू देनी होए जरूरी है, क्योंकि उन्होंने को अपनी वैल्यू नहीं है, इस करके कॉल करन वेले a ਅਤੇ b ਨੂੰ वैल्यू देनी जरूरी है, पर c ਨੂੰ वैल्यू देनी जरूरी नहीं है। सी अपनी वैल्यू 0 चूज कर लेगा जे ना दी जाए तो। नीचे मैं कॉल भी की है 2 अलग अलग। पहली दे विच देखो एड नम नूं कॉल किया, 10 ते 12 दिते गए ने, 10 ए च जाएगा, 12 बी च जाएगा। सी नूं मैं कोई वैल्यू नहीं दी, सी अपनी 0 यूज हो जाएगी, मतलब कि ए प्लस बी प्लस सी दे विच ए अते बी की वैल्यू 10 एंड 12, सी की वैल्यू 0 ऐड हो जाएगी, फर्क कोई पैगा नहीं, रिजल्ट 2 नंबरों का जो रिटर्न होके आ जाएगा। असीं वो प्रिंट करके देखांगे, सानूं पता लग जाएगा। अगली कॉल दे विच मैं तिन्नां नूं वैल्यू दित्ती है, ए दे लई मैं 10, बी दे लई 12, सी दे लई मैं 15 वैल्यू देती। हुण वो 0 यूज नहीं करेगा, हुण 15 वैल्यू सी दे कोले जाएगी ते सी 15 वरतेगा अपने लई, 0 नूं नहीं वरतेगा। सो तिन्नां दी एडिशन जो होएगी उत्थे बन के रिटर्न होएगा रिजल्ट, जो असीं इत्थे रिसीव करांगे अते इत्थे प्रिंट कर देंगे। मेरा ख्याल है वैसे तो समझ लग गई होगी ऑप्शनल पैरामीटर हुंदा की है जां डिफॉल्ट आर्गूमेंट हुंदा की। असीं वैल्यू नाल दे दिंदे हां, जे उसनूं ना दित्ती जावे कॉल करन वेले तां ओह अपनी वैल्यू यूज कर लैंदा है। एन ऑप्शनल पैरामीटर आल्सो कॉल्ड डिफॉल्ट आर्गूमेंट इज ए पैरामीटर दैट हैज़ ए डिफॉल्ट वैल्यू if the value is not provided in the function call for that parameter. Any number of arguments in the function call can have a default value. Any number of arguments in the function can have a default value. मतलब इत्थे जिन्ने मर्जी arguments ਨੂੰ ਤੁਸੀਂ default value ਚਾਹੇ ਤਿੰਨਾਂ ਨੂੰ ਹੀ ਦੇ ਦਿੰਦੇ, A B C ਤਿੰਨਾਂ ਨੂੰ ਵੀ ਦੇ ਸਕਦੇ ਹੋ, ਜਿੰਨਿਆਂ ਨੂੰ ਮਰਜੀ ਦੇ ਸਕਦੇ ਹੋ। ਪਰ ਇੱਕ ਗੱਲ ਦਾ ਧਿਆਨ ਰੱਖਣਾ, ਜਦੋਂ ਕਿਸੇ ਨੂੰ ਡਿਫਾਲਟ ਵੈਲਿਊ ਦੇ ਦਿੱਤੀ ਜਾਂਦੀ ਹੈ, ਉਸ ਤੋਂ ਪਿੱਛੇ ਵਾਲੇ ਸਾਰੇ ਡਿਫਾਲਟ ਹੀ ਹੋਣਗੇ, ਉਹ ਆਪਸ਼ਨਲ ਪੈਰਾਮੀਟਰ ਹੀ ਹੋਣਗੇ ਪਿੱਛੇ ਵਾਲੇ। ਮਤਲਬ ਜਿਵੇਂ C ਨੂੰ ਜੇ ਤੁਸੀਂ B ਨੂੰ ਦੇ ਦਿੱਤੀ, C ਨੂੰ ਵੀ ਦੇਣੀ ਪਏਗੀ, ਪਿੱਛੇ ਵਾਲਿਆਂ ਨੂੰ ਸਾਰਿਆਂ ਨੂੰ ਦੇਣੀ ਪਏਗੀ ਜਿੱਥੋਂ ਅਸੀਂ ਸ਼ੁਰੂ ਕਰਾਂਗੇ। But once we have a default argument,
all the arguments to its right must also have default values। ठीक है, ਮੂਰੇ ਜਿੰਨਾ ਮਰਜੀ ਤੁਸੀਂ ਬਿਨਾਂ ਡਿਫਾਲਟ ਵੈਲਿਊ ਵਾਲੇ ਆਰਗੂਮੈਂਟ ਦੇ ਦਿਓ, ਨਾਰਮਲ ਆਰਗੂਮੈਂਟ ਨਾਰਮਲ ਪੈਰਾਮੀਟਰ ਦੇ ਦਿਓ ਵਿਦਆਊਟ ਵੈਲਿਊਜ਼, ਪਰ ਜਿੱਥੇ ਤੁਸੀਂ ਪੈਰਾਮੀਟਰ ਵੈਲਿਊ ਦੇ ਦਿੱਤੀ, ਆਪਸ਼ਨਲ ਪੈਰਾਮੀਟਰ ਬਣਾ ਲਿਆ, ਉਸ ਤੋਂ ਪਿੱਛੇ ਵਾਲੇ ਸਾਰੇ ਆਪਸ਼ਨਲ ਪੈਰਾਮੀਟਰ ਹੋਣਗੇ, ਉਹਨਾਂ ਨੂੰ ਵੈਲਿਊ ਦੇਣੀ ਪਏ। ਇਹ ਰੂਲ ਹੈ, ਬਾਕੀ ਜਿੰਨੇ ਮਰਜੀ ਆਪਸ਼ਨਲ ਪੈਰਾਮੀਟਰ ਹੋ ਸਕਦੇ ਨੇ। ਸਕੋਪ ਆਫ ਵੇਰੀਏਬਲਸ ਲੋਕਲ। ਸਕੋਪ ਕੀ ਹੁੰਦਾ? ਵੇਰੀਏਬਲ ਜਿੱਥੇ ਡਿਕਲੇਅਰ ਹੁੰਦਾ ਹੈ ਉਹ ਕਿਸ ਜਗ੍ਹਾ ਤੱਕ ਉਸ ਨੂੰ ਯੂਜ਼ ਕੀਤਾ ਜਾ ਸਕਦਾ ਹੈ, ਉਸ ਨੂੰ ਉਸਦਾ ਸਕੋਪ ਕਹਿੰਦੇ ਨੇ। ਤੁਸੀਂ ਸਮਝ ਲਓ ਵੀ ਏਰੀਆ ਕਹਿ ਸਕਦੇ ਹਾਂ ਅਸੀਂ। ਜਿਵੇਂ ਮੰਨ ਲਓ ਵੀ ਕੋਈ ਚੀਜ਼ ਆਪਾਂ ਕਿਤੇ ਡਿਕਲੇਅਰ ਕਰ ਦਿੱਤੀ ਤਾਂ ਉਹਨੂੰ ਕੋਡ ਦੇ ਵਿੱਚ ਕਿੱਥੇ ਅਸੀਂ ਯੂਜ਼ ਕਰ ਸਕਦੇ ਹਾਂ। ਜਿਵੇਂ ਮੈਂ ਪਹਿਲਾਂ ਐਗਜ਼ਾਮਪਲ ਤੇ ਜਾਊਂਗਾ, ਮੈਂ ਡੈਫ ਦੇ ਨਾਲ ਇੱਕ ਮਾਈ ਫੰਕ ਨਾਂ ਦਾ ਫੰਕਸ਼ਨ ਬਣਾਇਆ ਹੈ, ਜਿਸ ਦੇ ਵਿੱਚ ਮੈਂ x ਇੱਕ ਵੇਰੀਏਬਲ ਡਿਕਲੇਅਰ ਕਰਿਆ, ਉਸਦੀ ਵੈਲਿਊ 300 ਹੈ। ਪ੍ਰਿੰਟ ਕਰਾਂਗਾ x ਤਾਂ 300 ਪ੍ਰਿੰਟ ਹੋ ਜਾਏਗੀ। ਓਕੇ, ਹੁਣ ਕਿਉਂਕਿ ਵੇਰੀਏਬਲ ਇਸ ਫੰਕਸ਼ਨ ਦੇ ਅੰਦਰ ਡਿਕਲੇਅਰ ਹੋਇਆ ਹੈ, ਸੋ ਇਸ ਨੂੰ ਸਿਰਫ ਇਸ ਦੇ ਅੰਦਰ ਹੀ ਯੂਜ਼ ਕੀਤਾ ਜਾ ਸਕਦਾ। ਇਹ ਲੋਕਲ ਵੇਰੀਏਬਲ ਹੋ ਗਿਆ, ਲੋਕਲ ਸਕੋਪ ਹੋ ਗਿਆ। ਇਹ x ਵੇਰੀਏਬਲ ਅਗਰ ਬਾਹਰ ਇੱਥੇ ਡਿਕਲੇਅਰ ਕੀਤਾ ਜਾਂਦਾ ਫੰਕਸ਼ਨ ਦੇ ਉੱਪਰ, ਤਾਂ ਫਿਰ ਇਹ ਗਲੋਬਲ ਹੋਣਾ ਸੀ। ਇਹਨੂੰ ਜਿੱਥੇ ਮਰਜੀ ਜਿਹੜੇ ਮਰਜੀ ਫੰਕਸ਼ਨ 'ਚ ਵਰਤਿਆ ਜਾ ਸਕਦਾ ਸੀ। ਮੰਨ ਲਓ 10 ਫੰਕਸ਼ਨ ਨੇ, ਜਿਹੜਾ ਵੇਰੀਏਬਲ ਇੱਥੇ ਡਿਕਲੇਅਰ ਹੋ ਜਾਏਗਾ ਉੱਪਰ, ਉਹ ਗਲੋਬਲ ਹੈ। ਉਹ 10 ਦੇ 10 ਫੰਕਸ਼ਨਸ ਦੇ ਵਿੱਚ ਉਹਨੂੰ ਵਰਤਿਆ ਜਾ ਸਕਦਾ, ਯੂਜ਼ ਕੀਤਾ ਜਾ ਸਕਦਾ। ਪਰ ਜਿਹੜਾ ਵੇਰੀਏਬਲ ਫੰਕਸ਼ਨ ਦੇ ਅੰਦਰ ਡਿਕਲੇਅਰ ਹੋ ਗਿਆ, ਜਿਵੇਂ ਆਹ ਹੈ, ਇਹ ਸਿਰਫ ਜਿਸ ਫੰਕਸ਼ਨ ਦੇ ਅੰਦਰ ਡਿਕਲੇਅਰ ਹੋਇਆ ਉਸੇ ਫੰਕਸ਼ਨ 'ਚ ਚੱਲੇਗਾ। ਇਸ ਕਰਕੇ ਇਸ ਨੂੰ ਲੋਕਲ ਵੇਰੀਏਬਲ ਅਸੀਂ ਕਹਾਂਗੇ। ਸੋ ਸਿੰਪਲ ਜੀ ਡੈਫੀਨੇਸ਼ਨ ਹੈ। A variable is only available from inside the region it is created। जिस रीजन च जिस एरिया च उसनों क्रिएट किया है उस दे अंदर ही वो यूज हो सकता है। दिस इज कॉल्ड स्कोप ऑफ ए वेरिएबल। लोकल स्कोप की होएगा? ए वेरिएबल क्रिएटेड इनसाइड ए फंक्शन belongs to the local scope of the function and can only be used inside that function। ठीक है, जिमें माई फंक नाम का इतने फंक्शन है, एक्स क्योंकि ये अंदर डिकलेयर होया है, सो इस फंक्शन की बॉडी के अंदर जिड्डी मर्जी बॉडी हो अंदर इनू जिथे मर्जी एक्स नू यूज कर लो, पर इस फंक्शन तो बाहर इसनू कोई नहीं जानता, कोई इनू यूज नहीं कर सकता, ये एक्सैस नहीं हो जाता। सो ये लोकल वेरीएबल है। दूसरे होंगे ने ग्लोबल। दो ही तरह का स्कोप है, लोकल ते ग्लोबल। ग्लोबल दे विच वेरीएबल किसी फंक्शन की बॉडी के अंदर नहीं होंदा, बाहर होंदा है। जिवें आ देखो एक्स की वैल्यू 300, वही वेरीएबल बाहर है। ये ग्लोबल वेरीएबल है क्योंकि फंक्शन इत्थों शुरू होंदा है अते इत्थे जाके खत्म हो जाता है। इन्ना की है फंक्शन। हुण इस फंक्शन के अंदर नहीं है एक्स, इस करके फंक्शन तो बाहर हो गया। तो एक्स जिहड़ा एक ग्लोबल वेरीएबल है, उसनूं जिन्ने मर्जी फंक्शन होण सारे यूज कर सकते हैं। ये भी यूज कर सकता है। आ देखो करिया है, प्रिंट किया एक्स। So global scope, a variable created in the main body of the Python code, main body of the Python code, function के अंदर नहीं, function तो बाहर, is a global variable and belongs to the global scope। They can be accessed from outside as well as inside any function। इन चाहे तुसी किसी फंक्शन तो बाहर एक्सैस कर लो, चाहे किसी फंक्शन के अंदर कर लो, ये हर जगह पे एक्सेसिबल है बिकॉज इट इज ग्लोबल। ठीक है, सो ये मैं इतने एग्जाम्पल दी है, इनू आप रन करेंगे, एक्स की वैल्यू प्रिंट होएगी। पर मेन गल इतने फंक्शन की बॉडी छोटी रखी है, मैं समझाना सिर्फ ये सी कि लोकल है या ग्लोबल है। ये ग्लोबल वेरिएबल। दूसरा है कई बार असी लोकल जगह ते खड़ के ग्लोबल वेरिएबल डिक्लेयर कर सकते हैं। आ देखो फंक्शन की बॉडी आ सारा फंक्शन है, इस दे अंदर जिहड़ा वेरिएबल डिक्लेयर होंदा है वो लोकल मन्निया जांदा, पर इत्थे जिहड़ा वेरिएबल डिक्लेयर कीता वो ग्लोबल है क्योंकि इहदे अगे लिखता कि ग्लोबल है, ग्लोबल एक्स लिखिया है। ग्लोबल एक्स लिखण नाल ये वेरिएबल डिक्लेयर भावें बॉडी के अंदर होया है, पर यह होएगा ग्लोबल। एक्स इज ग्लोबल वेरिएबल नाउ, मतलब बॉडी के अंदर भी असी ग्लोबल वेरिएबल डिक्लेयर कर सकते हैं ग्लोबल कीवर्ड यूज करके। इफ यू नीड टू क्रिएट ए ग्लोबल वेरिएबल बट इनसाइड ए लोकल स्कोप, यू कैन यूज द ग्लोबल कीवर्ड। तो दोनों हालतों च वेरिएबल ग्लोबल है। एनोनिमस फंक्शन,
ਲੈਂਬਡਾ ਫੰਕਸ਼ਨ ਵੀ ਕਹਿੰਦੇ ਨੇ। ਐਨੋਨਿਮਸ ਫੰਕਸ਼ਨ ਨੂੰ ਲੈਂਬਡਾ ਫੰਕਸ਼ਨ ਵੀ ਕਹਿ ਸਕਦੇ, ਕਿਉਂਕਿ ਲੈਂਬਡਾ ਇੱਕ ਕੀਵਰਡ ਹੈ ਜਿਸ ਦੀ ਮਦਦ ਦੇ ਨਾਲ ਐਨੋਨਿਮਸ ਫੰਕਸ਼ਨ ਬਣਦਾ ਹੈ। ਐਨੋਨਿਮਸ ਦਾ ਮਤਲਬ ਹੁੰਦਾ ਹੈ ਜਿਸ ਦਾ ਕੋਈ ਨਾਮ ਹੀ ਨਾ ਹੋਵੇ, ਜਿਸ ਦੀ ਕੋਈ ਆਇਡੈਂਟੀਟੀ ਨਾ ਹੋਵੇ, ਉਸ ਨੂੰ ਐਨੋਨਿਮਸ ਕਹਿੰਦੇ ਨੇ। ਸੋ ਜਦੋਂ ਕੋਈ ਫੰਕਸ਼ਨ ਐਸਾ ਬਣਾਉਂਦੇ ਆ ਜਿਹਦਾ ਕੋਈ ਨਾਮ ਹੀ ਨਹੀਂ ਰੱਖਣਾ ਹੁੰਦਾ, ਤਾਂ ਅਸੀਂ ਐਨੋਨਿਮਸ ਫੰਕਸ਼ਨ ਲੈਂਬਡਾ ਦੀ ਮਦਦ ਨਾਲ ਬਣਾ ਸਕਦੇ ਹਾਂ। ਇਹ ਫੰਕਸ਼ਨ ਇੱਕ ਲਾਈਨ 'ਚ ਬਣੇਗਾ, ਇਹਦੀ ਉਸ ਤਰ੍ਹਾਂ ਵੱਡੀ ਸਾਰੀ ਬੋਡੀ ਨਹੀਂ ਹੋਏਗੀ। An anonymous function in Python is one that has no name when it is defined. ਇਹਦਾ ਕੋਈ ਨਾਮ ਨਹੀਂ ਹੋਏਗਾ। In Python, the lambda keyword is used to define anonymous functions rather than def keyword, which is used for normal functions. Def ਦੇ ਨਾਲ ਅਸੀਂ normal function define ਕਰਦੇ ਹਾਂ, lambda ਦੇ ਨਾਲ ਅਸੀਂ anonymous function define ਕਰਦੇ ਹਾਂ। ਬਹੁਤ ਸਿੰਪਲ ਗੱਲ ਹੈ। A lambda function can have only one expression. Expression मतलब फार्मूला, कोई कैलकुलेशन, सिर्फ इको ही एक्सप्रेशन हो सकती है जो कंबाइंड होएगी, एक लाइन होएगी। It is written in a single line of code. It can have any number of argument. Argument जिन्ने मर्जी दे दो। अगे एग्जाम्पल दी है, देखो आ जिहड़ा ऐड नाम इत्थे वर्ड लिखिया होया है, ये फंक्शन का नाम है। इत्थे एनोनिमस फंक्शन का नाम आपां उपर गल कीती सी कि इहदा कोई नाम नहीं हुंदा। वाकई इहदा कोई नाम नहीं है, ये एक वेरीएबल है। ये एक वेरीएबल है, फंक्शन का नाम नहीं है। फंक्शन तो इत्थों शुरू होंदा है, लैम्बडा। फंक्शन तो इक्वल टू दे राइट हैंड साइड ते जिहड़ा आ आया, ये फंक्शन है ते इसदा कोई नाम नहीं है। लैम्बडा वर्ड लिख के आगे आर्गूमेंट ने जिन्होंने पैरामीटर भी आपां कहने ए बी सी, ये तीन पैरामीटर असीं दित्ते ने। फंक्शन दे विच आपां पैरेंथीसिस च दिंदे हुंदे सी नॉर्मल फंक्शन च, इत्थे असीं इदां ही दिंदे आ, स्पेस दे के ए बी सी इदां कॉमे पा के दे सकदे आ। इत्थों बॉडी शुरू हुंदी है, तिन्नां नूं जोड़ लिया गया, कोई रिटर्न स्टेटमेंट नहीं, कुछ नहीं। ये आटोमैटिकली इसका मतलब रिटर्न ही होना है। जो आ एक्सप्रैशन दी गई है, ये एक्सप्रैशन का जिहड़ा रिजल्ट है वो रिटर्न होना होंदा है। सो फंक्शन की जिहड़ी डेफिनेशन है वो इन्नी हुई है। जिहड़ा इत्थे ऐड नाम शब्द लिखिया गया है, ये फंक्शन का नाम नहीं है, ये एक वेरीएबल है जिस दे विच आ जिहड़ी इत्थों वैल्यू रिटर्न होएगी वो इस दे विच आके स्टोर हो जाएगी। वैल्यू जिहड़ी रिटर्न होएगी वो इस दे विच आके इत्थे स्टोर हो जाएगी ऐड नाम च, ते उसनूं तुसीं इत्थे काल कर सकते। आ देखो ऐड नाम नूं तुसीं प्रिंट कीता, काल उवें लग रही है जिवें असीं ऐड नाम एक फंक्शन होवे अते 5 6 2 3 जिहड़े ने पैरामीटर होण, देखण नूं इदां लग रही है, पर ऐसा नहीं है। ऐड नाम दे विच रिजल्ट है। ऐड नाम एक वेरीएबल है जिस दे विच रिजल्ट रिटर्न होना है, अते 5 6 2 जिहड़े ने पैरामीटर ने जिहड़े उहनूं पास कीते जाने ने। 5 आ जिहड़ा ए च पास हो जाना है, 6 बी च पास हो जाना है, 2 है जिहड़ा सी च पास हो जाना है, तिन्नां ने ऐड हो जाना है, ऐड होके रिटर्न होना है, रिटर्न होके ऐड नाम दे विच ऐड नाम नां दे वेरीएबल दे विच आके इन्हां ने स्टोर हो जाना है। उस ऐड नाम वेरीएबल नूं असीं जदों प्रिंट करांगे तां रिजल्ट प्रिंट हो जाएगा, पर आर्गूमेंट किवें देवांगे ਉਹਦਾ तरीका इन्हां ने फंक्शन वर्गा ही रखिया होया है भी पैरेंथीसिस दे विच आर्गूमेंट दे दो। पर इत्थे कन्फ्यूज नहीं होना कि ऐड नाम फंक्शन का नाम नहीं है। इत्थे ऐड नाम इत्थे फंक्शन का नाम नहीं है, ऐड नाम इत्थे वेरीएबल है जिस दे विच वैल्यू रिटर्न होके आई है। लैम्बडा वर्ड यूज किया गया एनोनिमस फंक्शन बनाने के लिए। ओके, लेकिन जो असीं इसनूं यूज कर रहे हैं तो देखने को यही लगता है कि फंक्शन कॉल होया, इत्थों ये यही लगता है कि फंक्शन कॉल होया, पर ऐसा नहीं है। ऐड नाम इज नॉट द नेम ऑफ ए फंक्शन, ऐड नाम इज ए वेरिएबल that contains the result after calling the function. So anonymous function lambda keyword नाल बनदे ने। built in functions, built in function मतलब इनबिल्ट ने ये जिहड़े पहले ही बने हुए ने, आपां नहीं बनाउंदे, लाइब्रेरी दे अंदर ने।
The built-in Python functions are predefined by the Python interpreter। ਪਹਿਲਾਂ ਹੀ ਬਣੇ ਨੇ, ਪਹਿਲਾਂ ਹੀ ਡਿਫਾਈਨ ਹੋਏ ਨੇ, ਅਸੀਂ ਸਿਰਫ ਇਹਨਾਂ ਨੂੰ ਕਾਲ ਕਰਦੇ ਹਾਂ, ਯੂਜ਼ ਕਰਦੇ ਹਾਂ। There are many built-in Python functions। These functions perform specific tasks and can be used in any program depending on the requirement of the user। ਆ ਕੁਝ ਫੰਕਸ਼ਨ ਨੇ, ਇਹਨੇ ਨਾਮ ਵੈਸੇ ਕੋਈ ਇਹ ਨਹੀਂ ਹੈ ਕਿ ਇਹਨਾਂ ਨੂੰ ਰੱਟਾ ਲਾਉਣਾ ਹੈ, ਕੋਈ ਯਾਦ ਕਰਕੇ ਰੱਖਣੇ ਨੇ, ਇਦਾਂ ਦੀ ਗੱਲ ਨਹੀਂ ਹੈ। ਬਹੁਤ ਸਾਰੇ ਫੰਕਸ਼ਨ ਨੇ, ਆਪਾਂ ਇੱਥੇ ਕੁਝ ਦੇਖ ਰਹੇ ਹਾਂ ਜਿਹੜੇ, ਇਹਨਾਂ 'ਚੋਂ ਕੁਝ ਆਪਾਂ ਯੂਜ਼ ਵੀ ਕੀਤੇ ਹੋਣਗੇ, ਕੁਝ ਅਸੀਂ ਯੂਜ਼ ਕਰ ਲਵਾਂਗੇ। ਜਿਵੇਂ ਸਮ ਫੰਕਸ਼ਨ ਹੈ, ਦੇਖੋ 2 ਨੰਬਰਸ ਦਾ ਸਮ ਕਰ ਸਕਦਾ ਹੈ, ਬਿਲਟ ਇਨ ਫੰਕਸ਼ਨ ਹੈ, ਯੂਜ਼ ਕਰ ਸਕਦੇ ਹੋ ਤੁਸੀਂ। ਤੋ ਇਹ ਜਿਹੜੇ ਫੰਕਸ਼ਨ ਨੇ, ਇਹ ਅਸੀਂ ਬਣੇ ਬਣਾਏ ਫੰਕਸ਼ਨ ਨੇ, ਅਸੀਂ ਸਿਰਫ ਇਹਨਾਂ ਨੂੰ ਕਾਲ ਕਰਦੇ ਹਾਂ ਤੇ ਇਹ ਸਾਨੂੰ ਜੋ ਕੰਮ ਇਹਨਾਂ ਦੇ ਵਿੱਚ ਪਹਿਲਾਂ ਲਿਖਿਆ ਗਿਆ ਪ੍ਰਿੰਟ ਫੰਕਸ਼ਨ ਅਸੀਂ ਹਰ ਵਾਰ ਹਰੇਕ ਪ੍ਰੋਗਰਾਮ 'ਚ ਵਰਤਦੇ ਹਾਂ। ਸੋ ਜਿਹੜੇ ਫੰਕਸ਼ਨ ਦੀ ਸਾਨੂੰ ਲੋੜ ਹੋਏਗੀ ਅਸੀਂ ਉਹ ਫੰਕਸ਼ਨ ਯੂਜ਼ ਕਰਦੇ ਜਾਵਾਂਗੇ ਤੇ ਇਹਨਾਂ ਦੀ ਡੈਫੀਨੇਸ਼ਨ ਪਹਿਲਾਂ ਹੀ ਲਾਇਬ੍ਰੇਰੀ 'ਚ ਬਣੀ ਹੁੰਦੀ ਹੈ। ਲਿਸਟ ਕੰਪਰੀਹੈਂਸ਼ਨ। लिस्ट कंप्रीहेंशन एक ऐसा तकनीक है, एक सिंटैक्स है, एक तरीका है पाइथन के अंदर जिस दे विच असीं एक लिस्ट तो दूसरी लिस्ट तैयार कर लैंदे हां, लाइक ए कॉपी। पर जदों आपां डिटो कॉपी करनी हुंदी है उदों तां सारे एलीमेंट, सारे जिहड़े आइटम्स होणगीਆਂ लिस्ट दे अंदर सारियां दी सारियां कॉपी हो जाणगीਆਂ। असीं सारियां नहीं करनी चाहुंदे, असीं ओह चों कोई फिल्टर ला के उहदे चों कुछ आइटम्स लैणीਆਂ चाहुंदे हां नवीं लिस्ट दे विच, तां उस वेले असीं ये सिंटैक्स ज़्यादा यूज़ करते हैं। लिस्ट comprehension offers a shorter syntax when you want to create a new list based on the values of existing list। बनी हुई लिस्ट के विचों वैल्यूज़ लैनियां ने कुछ ते नवीं लिस्ट तैयार करनी है। With list comprehension you can do all that with only one line of code। आ देखो सिंटैक्स की है, न्यू लिस्ट का नाम कोई दे दो तुसीं, उस तो बाद आ लाइन तुसीं लिखनी है। कोई एक्सप्रैशन फॉर आइटम, एक्सप्रैशन मतलब इत्थे कोई वेरीएबल ही आएगा या असीं उस वेरीएबल नूं अगे कोई उहदे ते कोई ऑपरेशन भी परफॉर्म कर सकते हैं। इन लिस्ट इफ कंडीशन इज ट्रू, जिहड़ी कंडीशन है ये असीं फिल्टर करन दे लई दिन्ने आ भी सारियां आइटम्स ना आ जाण, भी मान लो कल्ले मैं उही नाम लैणे ने जिन्हां दा नाम ए तो शुरू हुंदा है, इदां फिल्टर हो जाए। सिर्फ विचों कुछ एलीमेंट असीं लैणे ने तां कंडीशन दिन्ने आ, अदरवाइज कंडीशन नहीं दिओगे तुसीं तां सारे दे सारे एलीमेंट दूजी लिस्ट 'च कॉपी हो जाणगे। द कंडीशन इज लाइक ए फिल्टर दैट ओनली एक्सैप्ट्स द आइटम्स दैट वैल्यूएट टू ट्रू। सिर्फ वो आइटम जिहड़ियां इस कंडीशन नूं पास करनियां, जिवें मान लो मैं कहना भी लिस्ट बनी है रोल नंबरस दी, उन्हां दे विचों मैं कंडीशन लाती भी जिथे रोल नंबर 50 तो लैस है ਉਹੀ ਆਉਣ ਤਾਂ 50 ਤੋਂ ਲੈਸ ਵਾਲੇ ਆ ਜਾਣਗੇ। ਇੱਦਾਂ ਕੰਡੀਸ਼ਨ ਅਸੀਂ ਦੇ ਸਕਦੇ, ਪਰ ਕੰਡੀਸ਼ਨ ਇਜ਼ ਆਪਸ਼ਨਲ ਐਂਡ ਕੈਨ ਬੀ ਓਮਿਟਡ। ਜ਼ਰੂਰੀ ਨਹੀਂ ਹੈ ਕੰਡੀਸ਼ਨ ਦੇਣੀ, ਅਸੀਂ ਨਹੀਂ ਵੀ ਦਿਆਂਗੇ ਤਾਂ ਕੀ ਹੋਏਗਾ, ਸਾਰੇ ਦੇ ਸਾਰੇ ਆ ਜਾਣਗੇ। ਮੈਂ ਇੱਕ ਐਗਜ਼ਾਮਪਲ ਦਿੱਤੀ ਹੈ ਸਮਝਾਉਣ ਦੇ ਲਈ। ਇੱਕ ਫਰੂਟਸ ਨਾਂ ਦੀ ਲਿਸਟ ਬਣੀ ਹੈ, ਇਸ ਦੇ ਵਿੱਚ ਐਪਲ, ਬਨਾਨਾ, ਚੈਰੀ, ਕੀਵੀ, ਮੈਂਗੋ, ਇਹ 5 ਆਈਟਮਸ ਪਾਈਆਂ ਗਈਆਂ ਨੇ। ਉਸ ਤੋਂ ਬਾਅਦ ਲਿਸਟ ਕੰਪਰੀਹੈਂਸ਼ਨ ਯੂਜ਼ ਕੀਤਾ ਗਿਆ ਹੈ। ਨਿਊ ਲਿਸਟ ਇਜ਼ ਇਕੁਅਲ ਟੂ x for x in fruits, x for x in fruits। आ जिहड़ा x है ये एक्सप्रैशन है, मतलब इत्थे जे आ x ते तुसी कोई होर भी ऑपरेशन परफॉर्म करना है, कोई फंक्शन लाना तो ला सकते हैं, पर होएगा सिंगल लाइन से। for x in fruits, आ x की है, ये वो आइटम है जिहड़ी इस फ्रूट्स दे विचों एक आएगी x च, उस x दे उत्ते कोई फार्मूला लाउणा तां इत्थे लग सकदा है ते ये x फिर न्यू लिस्ट विच ऐड हो जाएगा। देखो किवें होएगा, फ्रूट्स दे विचों एक आइटम चक के x च आ जाएगी, उस x दे उत्ते अगर कोई फार्मूला लाउणा है, कोई कैलकुलेशन करनी है तां इत्थे ला सकदे हां, ये वैल्यू फिर जाके नवीं लिस्ट च ऐड हो जाएगी। इसे तरह नाल ये सारियां कल्लियां कल्ली जिहड़ी आइटम्स ने, जिवें सब तो पहला एप्पल आएगा एक्स दे विच, इहदे ते कोई कैलकुलेशन नहीं कीती, असीं सिर्फ एक्स ही लिखिआ, सो सीधा एप्पल इहदे विच ऐड हो जाएगा। फिर बनाना आएगा एक्स च, फिर उस तरह एक्स के थ्रू हुंदा है ऐड हो जाएगा। फिर चैरी आएगी,
ਚੈਰੀ ਵੀ ਐਡ ਹੋ ਜਾਏਗੀ, ਕੀਵੀ ਆਏਗੀ, ਕੀਵੀ ਐਡ ਹੋ ਜਾਏਗੀ, ਮੈਂਗੋ ਹੈ ਮੈਂਗੋ, ਇਦਾਂ ਐਡ ਹੋਣੇ ਚਾਹੀਦੇ ਨੇ। ਪਰ ਅਸੀਂ ਨਾਲ ਇੱਕ ਕੰਡੀਸ਼ਨ ਦਿੱਤੀ ਹੈ, ਇਫ ਏ ਇਨ ਐਕਸ, ਵੀ ਸਿਰਫ ਉਹ ਆਈਟਮ ਆਵੇ ਜਿਸ ਆਈਟਮ ਦੇ ਵਿੱਚ ਏ ਆਉਂਦਾ ਹੈ। ਜਿਵੇਂ ਕੀਵੀ ਹੈ, ਕੀਵੀ 'ਚ ਏ ਨਹੀਂ ਆਉਂਦਾ, ਇਹਦਾ ਮਤਲਬ ਕੀਵੀ ਨਹੀਂ ਆਏਗਾ ਸਾਡੀ ਨਵੀਂ ਲਿਸਟ 'ਚ। ਚੈਰੀ 'ਚ ਏ ਨਹੀਂ ਆਉਂਦਾ, ਚੈਰੀ ਵੀ ਨਹੀਂ ਆਏਗਾ ਸਾਡੀ ਨਵੀਂ ਲਿਸਟ 'ਚ। ਬਾਕੀ ਤਿੰਨ ਆਉਣਗੇ ਕਿਉਂਕਿ ਉਹਨਾਂ 'ਚ ਏ ਆਉਂਦੀ ਹੈ। ਅਸੀਂ ਕੰਡੀਸ਼ਨ ਲਾਈ ਹੈ ਨਾ, ਜੇ ਕੰਡੀਸ਼ਨ ਨਾ ਲਾਉਂਦੇ ਫਿਰ ਚੈਰੀ ਕੀਵੀ ਵੀ ਆ ਜਾਂਦੇ, ਪਰ ਅਸੀਂ ਕੰਡੀਸ਼ਨ ਲਾਈ ਇਫ ਏ ਇਨ ਐਕਸ, ਵੀ ਐਕਸ ਜਿਹੜਾ ਤੁਸੀਂ ਉੱਥੋਂ ਫੈਚ ਕਰ ਰਹੇ ਹੋ ਉਹਦੇ 'ਚ ਏ ਹੋਣਾ ਚਾਹੀਦਾ। ਆ ਦੇਖੋ ਆਊਟਪੁੱਟ ਕੀ ਆਈ ਹੈ, ਐਪਲ, ਬਨਾਨਾ ਤੇ ਮੈਂਗੋ ਆਈ ਜਦੋਂ ਅਸੀਂ ਪ੍ਰਿੰਟ ਕਰਿਆ। ਮੀਨਸ ਲਿਸਟ ਕੰਪਰੀਹੈਂਸ਼ਨ ਦੇ ਨਾਲ ਅਸੀਂ ਸਿੰਗਲ ਲਾਈਨ ਆਫ ਕੋਡ ਦੇ ਥਰੂ ਅਸੀਂ ਇੱਕ ਬਣੀ ਹੋਈ ਲਿਸਟ ਦੇ ਵਿੱਚੋਂ ਕੁਝ ਆਈਟਮਸ ਲੈਣੀਆਂ ਹੁੰਦੀਆਂ ਨੇ ਤੇ ਨਵੀਂ ਲਿਸਟ ਬਣਾਉਣੀ ਹੁੰਦੀ ਹੈ। ਇਹਦਾ ਸਿੰਟੈਕਸ ਇਹੀ ਜੋ ਮੈਂ ਤੁਹਾਨੂੰ ਦੱਸਿਆ। ਬਾਕੀ ਇਹਦੇ ਨਾਲ ਐਕਸਪੈਰੀਮੈਂਟ ਕਰੀਏ ਤਾਂ ਬਹੁਤ ਸਾਰਾ ਕੁਝ ਹੁੰਦਾ, ਜਿਵੇਂ ਇਹਦੇ 'ਚ ਰੇਂਜ ਫੰਕਸ਼ਨ ਆਪਾਂ ਵਰਤ ਸਕਦੇ ਹਾਂ, ਰੇਂਜ ਆਪਾਂ ਯੂਜ਼ ਕੀਤਾ ਸੀ। ਲਿਸਟ ਬਾਰੇ ਜਿੰਨੇ ਆਪਾਂ ਪਿੱਛੇ ਫੰਕਸ਼ਨ ਵਰਤੇ ਸੀ ਉਹ ਵਰਤ ਸਕਦੇ। ਸੋ ਇਹ ਸੀ ਸਾਡਾ ਟੌਪਿਕ।